सर आज तक सुने मैं भी सी कि बिजली गिर गई ਬੱਦਲ फट गया हैगा लेकिन मैं अज तक कदे बिजली गिरती देखी नहीं सी ਤੇ ਜਦੋਂ ਹੀ ਮੇਰੀ ਨਿਗਾਹ ਉੱਤੇ ਗਈ ਤੇ ਇੱਕ ਬੜੀ ਜ਼ੋਰ ਦੀ ਬੱਦਲ ਕਰ ਗਿਆ ਤੇ ਇੱਕ ਜਿਸ ਤਰ੍ਹਾਂ 5-7 ਫੁੱਟ ਦੀ ਇੱਕ ਲਾਈਟ ਹੁੰਦੀ ਹੈ ਬਿਲਕੁਲ ਬ੍ਰਾਈਟ ਸ਼ਾਈਨਿੰਗ ਲਾਈਟ ਇੰਨੀ ਸਪੀਡ ਨਾਲ ਆਈ ਔਰ ਉਹ ਸਾਡੇ ਘਰ ਦੇ ਛੱਜੇ ਤੇ ਵੱਜੀ ਆ ਜਿਹੜੀ ਨੀਚੇ ਆ ਕੇ ਗਿਰੀ ਹੈਗੀ ਹੈ ਇਹਦੇ 'ਚ ਦੇਖੋ ਕਿੰਨਾ ਗਹਿਰਾ ਖੱਡਾ ਹੋ ਗਿਆ ਹੈਗਾ ਬਾਈ ਚਾਂਸ ਇੱਥੇ ਕੋਈ ਹੁੰਦਾ ਤੇ ਮੇਰਾ ਖਿਆਲ ਉਹਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਇਹ ਸਾਰੀ ਇਹ ਫਟ ਚੁੱਕੀ ਹੈ ਦੀਵਾਰ और इसी तरह सारे नीचे लेंटर तरेड़ आई हुई है। इतना जोर का धमाका हुआ कि मेरे कान बंद हो गए। तो मेरे दिमाग में ये आया कि हम टीवी में देखते हैं अखबार में पढ़ते हैं कि बादल फट गया। पक्के पुक्के तुसी होने पक्के तारे हैं जी, देखो पक्खियां दा अगर तुसी देखो कप तक फट गए ने जी और वो कप टुट के वो परे डिग्या सीगा जी। एक अनार फटदा इस तरह ਉਹਦੀ ਚਿੰਗਾਰੇ ਉੱਡੇ ਤੇ ਉਹਦਾ ਗਲੀਮਤ ਹੈਗੀ ਕਿ ਵੀ ਮੈਂ ਥੋੜਾ ਦੂਰ ਸੀ, ਜੇ ਮੈਂ 2 ਸੈਕਿੰਡ ਲੇਟ ਹੁੰਦਾ ਤਾਂ ਹੋ ਸਕਦਾ ਮੇਰੇ ਉੱਤੇ ਵੀ ਗਿਰ ਜਾਂਦੀ। ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ। ਸਮੇਂ ਅਸੀਂ ਜ਼ਿਰਕਪੁਰ ਦੇ ਬਲਟਾਣਾ ਕਲੋਨੀ ਦੇ ਵਿੱਚ ਹੈਗੇ ਆ। ਡਿਫੈਂਸ ਕਲੋਨੀ ਹੈਗੀ ਜਿਸ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਬਿਜਲੀ ਦੀਆਂ ਆਵਾਜ਼ਾਂ ਆਉਂਦੀਆਂ ਜਦੋਂ ਬਾਰਿਸ਼ ਦਾ ਮੌਸਮ ਹੁੰਦਾ, ਬਿਜਲੀ ਕੜਕੜਾਉਂਦੀ ਹੈ ਤਾਂ ਅਸੀਂ ਸੋਚਦੇ ਹਾਂ ਕਿਤੇ ਡਿੱਗੀ ਹੋਣੀ ਹੈ। ਪਰ ਅੱਜ ਉਹ ਸ਼ਖਸ ਸਾਡੇ ਨਾਲ ਹੈਗੇ ਨੇ ਜਿਨ੍ਹਾਂ ਨੇ ਅੱਖੀ ਦੇਖੀ ਬਿਜਲੀ ਡਿੱਗਦੀ, ਉਹਨਾਂ ਦੇ ਘਰ ਦਾ ਜਿਹੜਾ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ। ਸਾਡੇ ਨਾਲ ਸਰ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸ਼ਿਵਪਾਲ ਸਿੰਘ ਰਾਣਾ ਹੈ ਜੀ ਰਾਣਾ ਜੀ, ਅਸੀਂ ਅਕਸਰ ਤੁਸੀਂ ਵੀ ਸੁਣਦੇ ਹੋਣੇ ਬਿਜਲੀ ਡਿੱਗਦੀ, ਅਸੀਂ ਸੁਣਦੇ ਹੁੰਦੇ ਸੀ ਬਿਜਲੀ ਡਿੱਗੀ, ਕਿਤੇ ਆਵਾਜ਼ ਆਉਂਦੀ ਇੱਕਦਮ ਕੜਕੜ ਕਿਤੇ ਡਿੱਗੀ, ਪਰ ਤੁਸੀਂ ਅੱਖੀ ਦੇਖੀ ਤਾਂ ਕਿਵੇਂ ਮਾਹੌਲ ਉਸ ਸਮੇਂ ਦਾ ਕੀ ਮੰਜ਼ਰ ਸੀ? ਸਰ ਅੱਜ ਤੱਕ ਸੁਣਿਆ ਮੈਂ ਵੀ ਸੀ ਕਿ ਬਿਜਲੀ ਗਿਰ ਗਈ ਬੱਦਲ ਫਟ ਗਿਆ ਹੈਗਾ ਲੇਕਿਨ ਮੈਂ ਅੱਜ ਤੱਕ ਕਦੇ ਬਿਜਲੀ ਗਿਰਦੀ ਦੇਖੀ ਨਹੀਂ ਸੀ। ਕੱਲ ਸਵੇਰੇ ਕੋਈ 7:15 ਵਜੇ ਦਾ ਟਾਈਮ ਸੀਗਾ, ਕੋਈ ਇੰਨੇ ਜ਼ਿਆਦਾ ਬੱਦਲ ਵੀ ਨਹੀਂ ਸੀਗੇ ਤੇ ਮੈਂ ਆਪਣੀ ਪੂਜਾ ਪਾਠ ਖਤਮ ਕਰਕੇ ਤੇ ਮੈਂ ਮੰਦਿਰ ਜਾ ਰਿਹਾ ਸੀ ਤੇ ਹਾਰਡਲੀ ਮੈਂ ਆਪਣੇ ਗੇਟ ਤੋਂ ਹਜੇ 5-10 ਕਦਮ ਹੀ ਅੱਗੇ ਆਇਆ ਸੀ ਤੇ ਮੈਂ ਕੁਦਰਤੀ ਉੱਤੇ ਦੇਖਿਆ ਕਿ ਮੌਸਮ ਬਾਰੇ ਤੇ ਜਦੋਂ ਹੀ ਮੇਰੀ ਨਿਗਾਹ ਉੱਤੇ ਗਈ ਤੇ ਇੱਕ ਬੜੀ ਜ਼ੋਰ ਦੀ ਬੱਦਲ ਕਰ ਗਿਆ ਤੇ ਇੱਕ ਜਿਸ ਤਰ੍ਹਾਂ 5-7 ਫੁੱਟ ਦੀ ਇੱਕ ਲਾਈਟ ਹੁੰਦੀ ਹੈ ਬਿਲਕੁਲ ਬ੍ਰਾਈਟ ਸ਼ਾਈਨਿੰਗ ਲਾਈਟ ਇੰਨੀ ਸਪੀਡ ਨਾਲ ਆਈ ਔਰ ਉਹ ਸਾਡੇ ਘਰ ਦੇ ਛੱਜੇ ਤੇ ਵੱਜੀ ਔਰ ਜਦੋਂ ਵੱਜੀ ਤੇ ਇੰਨੀ ਜ਼ੋਰ ਦੀ ਬਲਾਸਟ ਹੋਇਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿਹੜੀ ਲਾਈਟ ਆਈ ਉਹ ਮਤਲਬ ਤੁਹਾਡੇ ਅੱਖੀ ਵੇਖੇ ਕਿੰਨੇ ਕੁ ਸੈਕਿੰਡ ਜਿਹੜੀ ਪਾਰ ਕਰਕੇ ਤੁਹਾਡੇ ਘਰ ਤੇ ਵੱਜੀ? ਫ੍ਰਿਕਸ਼ਨ ਆਫ ਸੈਕਿੰਡਸ ਦੀ ਗੱਲ ਸੀਗੀ ਜੀ, ਫ੍ਰਿਕਸ਼ਨ ਆਫ ਸੈਕਿੰਡਸ ਮਤਲਬ ਜਿਸ ਤਰ੍ਹਾਂ ਇੱਕ ਆਪਾਂ ਦੀਵਾਲੀ ਦੇ ਵਿੱਚ ਅਸਤਵਾਈ ਚਲਾਉਂਦੇ ਆ ਨਾ ਦੇ ਉੱਪਰ ਜਾਂਦੀ ਆ, ਪਿੱਛੋਂ ਅੱਗ ਛੱਡਦੀ ਜਾਂਦੀ ਹੈ ਲਾਈਨ, ਸੇਮ ਵੇ ਉਹ 'ਤੇ ਘੱਟ ਲਾਈਟ ਹੁੰਦੀ ਹੈ ਲੇਕਿਨ ਉਹ ਇੰਨੀ ਜ਼ਿਆਦਾ ਲਾਈਟ ਸੀ ਔਰ ਇੰਨੀ ਬ੍ਰਾਈਟ ਸੀ ਔਰ ਜਦੋਂ ਉਹ ਹਿੱਟ ਕੀਤੀ ਆ ਘਰ ਨੂੰ ਆ ਕੇ ਤੇ ਉਸ ਟਾਈਮ ਇੰਨੀ ਜ਼ੋਰ ਦੀ ਬਲਾਸਟ ਹੋਇਆ ਸੀ ਕਿ ਮਤਲਬ ਮੇਰਾ ਖਿਆਲ ਹੈ ਵੀ ਪੂਰੇ ਜ਼ਿਰਕਪੁਰ ਬਲਟਾਣੇ ਨੂੰ ਸੁਣਿਆ ਹੈਗਾ ਉਹ। ਤੇ ਉਸ ਤੋਂ ਬਾਅਦ ਉਹ ਜਿਸ ਤਰ੍ਹਾਂ ਇੱਕ ਅਨਾਰ ਫਟਦਾ ਇਸ ਤਰ੍ਹਾਂ ਉਹਦੀ ਚਿੰਗਾਰੇ ਉੱਡੇ ਤੇ ਉਹਦਾ ਗਲੀਮਤ ਹੈਗੀ ਕਿ ਵੀ ਮੈਂ ਥੋੜਾ ਦੂਰ ਸੀ, ਜੇ ਮੈਂ 2 ਸੈਕਿੰਡ ਲੇਟ ਹੁੰਦਾ ਤਾਂ ਹੋ ਸਕਦਾ ਮੇਰੇ ਉੱਤੇ ਵੀ ਗਿਰ ਜਾਂਦੀ ਉਹ। ਰਾਣਾ ਜੀ, ਅਸੀਂ ਤੁਹਾਡੇ ਘਰ ਦਾ ਉਹ ਸੀਨ ਦਿਖਾਉਣਾ ਚਾਹੁੰਦੇ ਹਾਂ। ਅਸੀਂ ਕੈਮਰਾ ਪਰਸਨ ਕਹਿੰਦੇ ਉੱਪਰ ਇੱਕ ਸੀਨ ਹੈਗਾ। ਰਾਣਾ ਜੀ, ਪਹਿਲਾਂ ਉੱਥੇ ਡਿੱਗੀ ਹੈ? ਪਹਿਲੇ ਹਾਂ ਬਿਲਕੁਲ ਉੱਥੇ ਲੱਗੀ ਹੈ ਜਿੱਥੇ ਹੁਣ ਇਹ ਉੱਪਰ ਝੰਡਾ ਵੀ ਹੈਗਾ ਹਨੂਮਾਨ ਜੀ ਦਾ, ਉੱਥੇ ਗਿਰੀ ਸੀਗੀ ਜੀ। ਉੱਥੇ ਮਤਲਬ ਜਿਹੜੀ ਫੁੱਲ ਸਪੀਡ ਜਿਹੜੀ ਤਾਰ ਆਈ ਉੱਥੇ ਗਿਰੀ? ਬਿਲਕੁਲ ਸਿੱਧਾ ਉੱਥੇ ਹਿੱਟ ਕੀਤੀ। ਉੱਥੋਂ ਹਿੱਟ ਕਰਨ ਤੋਂ ਬਾਅਦ ਉਹ ਨਾ ਸ਼ੈਲਿੰਗ, ਜਿੱਦਾਂ ਸ਼ੈਲਿੰਗ ਹੁੰਦੀ ਹੈ ਬੰਬ ਫਟਣ ਤੋਂ ਬਾਅਦ, ਉਸ ਤਰ੍ਹਾਂ ਸ਼ੈਲਿੰਗ ਹੋ ਗਈ, ਉਹ ਪੀਸਿਸ 'ਚ ਬਦਲ ਗਈ। ਤਰੇੜੇ ਨਿਕਲਦੇ ਆ ਜਿੱਦਾਂ ਮਤਲਬ ਅਨਾਰ ਬੰਬ ਫਟਦਾ ਨਾ ਉਹਦੇ ਅੱਗ ਉੱਡਦੀ ਹੈ, ਉਵੇਂ ਅੱਗ ਉੱਡੀ, ਪੂਰੀ ਅੱਗ ਹੀ ਅੱਗ ਹੋ ਗਈ ਔਰ ਉਸ ਤੋਂ ਬਾਅਦ ਇੱਕ ਪੀਸ ਅੱਗ ਦਾ ਆ ਕੇ ਥੱਲੇ ਵੱਜਿਆ, ਉਹਨੇ ਨੀਚੇ ਵਾਲੀ ਦੀਵਾਰ ਤੇ ਵੀ ਹਿੱਟ ਕੀਤਾ ਤੇ ਉੱਥੇ ਵੀ ਕਾਫੀ ਗਹਿਰਾ ਜਿਹੜਾ ਹੈਗਾ। ਅਸੀਂ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਮੰਜ਼ਰ ਦਿਖਾਣੇ ਜਿਹੜਾ ਰਾਣਾ ਜੀ ਨੇ ਆਪਣੀ ਅੱਖੀ ਦੇਖਿਆ। ਇਹ ਉਹ ਘਰ ਹੈਗਾ ਜਿਸ ਦੇ ਉੱਪਰ ਅਸੀਂ ਟੀਵੀ 'ਚ ਜਾਂ ਅਸੀਂ ਖਬਰਾਂ ਸੁਣਦੇ ਹਾਂ ਕਿ ਬਿਜਲੀ ਡਿੱਗੀ ਸੀ, ਪਰ ਬਿਜਲੀ ਡਿੱਗਣ ਦੀ ਬਾਈ ਜੀ ਨੇ ਆਪਣੀ ਅੱਖਾਂ ਦੇ ਨਾਲ ਦੇਖੀ ਕਿਵੇਂ ਬਿਜਲੀ ਆਈ। ਉਸ ਤੋਂ ਬਾਅਦ ਆਉਣ ਤੋਂ ਬਾਅਦ ਆ ਜਿਹੜੀ ਨੀਚੇ ਆ ਕੇ ਗਿਰੀ ਹੈਗੀ ਹੈ ਇਹਦੇ 'ਚ ਦੇਖੋ ਕਿੰਨਾ ਗਹਿਰਾ ਖੱਡਾ ਹੋ ਗਿਆ ਹੈਗਾ। ਬਾਈ ਚਾਂਸ ਇੱਥੇ ਕੋਈ ਹੁੰਦਾ ਤੇ ਮੇਰਾ ਖਿਆਲ ਉਹਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ, ਪਰ ਭਗਵਾਨ ਦਾ ਇੰਨਾ ਸ਼ੁਕਰ ਹੈ ਕੋਈ ਬਾਹਰ ਸੀਗਾ ਨਹੀਂ ਔਰ ਮੈਂ ਵੀ ਪਰੇ ਹੋ ਗਿਆ ਸੀ ਤੇ ਇਹ ਬਚਾਅ ਹੋ ਗਿਆ। ਮਤਲਬ ਇੱਕ ਅਸੀਂ ਗੋਲੀ ਦੀ ਸਪੀਡ ਕਹਿ ਸਕਦੇ ਹਾਂ ਜਿਵੇਂ ਮਤਲਬ ਚੀਜ਼ ਆਈ ਲਗਭਗ ਗੋਲੀ, ਮੈਂ ਤਾਂ ਕਹਿੰਦਾ ਗੋਲੀ ਦੀ ਸਪੀਡ ਨਾਲੋਂ ਵੀ ਫਾਸਟ ਸੀਗੀ। ਮਤਲਬ ਮੈਨੂੰ ਅੱਖ ਝਮਕਣ ਦਾ ਟਾਈਮ ਨਹੀਂ ਮਿਲਿਆ, ਜਦ ਮੈਂ ਦੇਖਿਆ ਤਾਂ ਇੱਕਦਮ ਉਹ ਹਿੱਟ ਕਰਕੇ ਮਤਲਬ ਇਹ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਨੂੰ। ਤੇ ਰਾਣਾ, ਜਦੋਂ ਤੁਸੀਂ ਫਿਰ ਉਸ ਸਮੇਂ ਪੈਰੀ ਚੱਪਲਾਂ ਪਾਈਆਂ ਹੋਣੀ ਕਿ ਇੱਕ ਬੰਦੇ ਨੂੰ ਕਰੰਟ ਵਗੈਰਾ ਵੀ ਲੱਗਿਆ ਜਿਵੇਂ ਚੀਜ਼ਾਂ ਬੰਦੇ ਸਰਕਟ ਹੁੰਦਾ? ਨਹੀਂ, ਐਸਾ ਕੁਝ ਨਹੀਂ, ਇੱਕ ਬਸ ਜਿਸ ਤਰ੍ਹਾਂ ਜਲਜਲਾਹਟ ਹੁੰਦੀ ਨਾ ਵੀ ਮਤਲਬ ਵੀ ਇਹ ਕੀ ਹੋ ਗਿਆ ਅਚਾਨਕ, ਉਸ ਤਰ੍ਹਾਂ ਦੀ ਫੀਲਿੰਗ ਆਈ ਸੀ। ਉਸ ਤੋਂ ਬਾਅਦ
ਸਾਡੇ ਪੜੋਸੀ ਸੀਗੇ ਜੇ ਤਾਰਾਂ ਨੂੰ ਅੱਗ ਲੱਗ ਗਈ ਉੱਤੇ ਅੰਦਰ ਜਿਹੜਾ ਟੀਵੀ ਦਾ ਏਸੀ ਦਾ ਉਹ ਸੀਗਾ ਸਟੇਬਲਾਈਜ਼ਰ। ਉਹ ਜਗ੍ਹਾ ਤੁਸੀਂ ਦਿਖਾ ਸਕਦੇ ਹੋ ਸਾਨੂੰ? ਬਿਲਕੁਲ ਅਸੀਂ ਬਾਈ ਜੀ ਹੋਰਾਂ ਨਾਲ ਹੈਗੇ ਆ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਉਸ ਬਿਜਲੀ ਗਿਰਨ ਦੇ ਨਾਲ, ਕਿਉਂਕਿ ਜਦੋਂ ਘਰ ਤੇ ਉੱਪਰ ਬਿਜਲੀ ਡਿੱਗਦੀ ਹੈ ਤਾਂ ਅਕਸਰ ਅਸੀਂ ਸੁਣਦੇ ਸੀ, ਪਰ ਅੱਜ ਉਹ ਮੰਜ਼ਰ ਤੁਹਾਨੂੰ ਅਸੀਂ ਅੱਖੀ ਦਿਖਤਾ ਜਿਹੜਾ ਹੈਗਾ ਦਿਖਾਉਂਦੇ ਆ। ਅਸੀਂ ਉੱਪਰ ਜਾ ਕੇ ਤੁਹਾਨੂੰ ਪੂਰੀ ਤਸਵੀਰ ਦਿਖਾਉਂਦੇ ਆ ਜਿੱਥੇ ਬਿਜਲੀ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਸੋ ਅਸੀਂ ਇਸ ਸਮੇਂ ਜਿਹੜੀ ਫਸਟ ਫਲੋਰ ਜਿਹੜੇ ਰਾਣਾ ਜੀ ਦੇ ਘਰ ਪਹੁੰਚੇ ਆ। ਸੋ ਅਸੀਂ ਉੱਪਰ ਪਹੁੰਚੇ ਆ ਛੱਤ ਤੇ ਜਿੱਥੇ ਝੰਡੇ ਦੇ ਥੱਲੇ ਇੱਥੇ ਬਿਜਲੀ ਡਿੱਗੀ। ਤੋਂ ਉਸ ਤੋਂ ਬਾਅਦ ਰਾਣਾ ਜੀ ਕੀ ਜਿਹੜਾ ਇੱਥੇ ਉਹ ਮੰਜ਼ਰ ਹੋਇਆ? ਆ ਦੇਖੋ ਜੀ, ਹੁਣ ਤੁਹਾਡੇ ਸਾਹਮਣੇ ਇਹ ਸਾਰੀ ਇਹ ਫਟ ਚੁੱਕੀ ਹੈ ਦੀਵਾਰ ਜੀ ਜੀ। ਔਰ ਇਸੇ ਤਰ੍ਹਾਂ ਸਾਰੇ ਨੀਚੇ ਲੈਂਟਰ ਤਰੇੜ ਆਈ ਹੋਈ ਹੈ। ਅੱਛਾ ਜੀ। ਇਹ ਹੁਣ ਇੱਕ ਵਾਰੀ ਸਾਰਾ ਤੋੜ ਕੇ ਦੁਬਾਰਾ ਰਿਪੇਅਰ ਕੀਤਾ ਜਾਏਗਾ। ਔਰ ਦੇਖੋ ਆ ਗ੍ਰਿਲ ਵੀ ਕਾਲੀ ਹੋ ਗਈ ਹੋਈ ਹੈ, ਇੰਨਾ ਹਾਈ ਕਰੰਟ ਸੀਗਾ ਉਹਦੇ ਵਿੱਚ। ਵੀ ਕੁਦਰਤ ਦਾ ਅਜਿਹਾ ਕਹਿਰ ਜਿਹੜਾ ਕਿ ਆਪਾਂ ਸੋਚ ਨਹੀਂ ਸਕਦੇ ਕਿ ਜਿਹੜਾ ਇੱਕਦਮ ਹੋਇਆ ਜੀ। ਤੇ ਉਸ ਸਮੇਂ ਪਰਿਵਾਰ ਵੀ ਘਰੇ ਸੀਗਾ ਜੀ? ਹਾਂਜੀ, ਮੇਰੇ ਪਿਤਾ ਜੀ ਅੰਦਰ ਸੀਗੇ, ਮੇਰੀ ਮਾਤਾ ਜੀ ਪਾਠ ਕਰ ਰਹੇ ਸੀ ਜੀ, ਵਾਈਫ ਵੀ ਨੀਚੇ ਸੀਗੇ। ਔਰ ਕੱਲ ਸੋਮਵਾਰ ਸੀਗਾ ਜੀ। ਸੋਮਵਾਰ ਨੂੰ ਮੋਸਟਲੀ ਸਾਡਾ ਸਾਰਿਆਂ ਦਾ ਵਰਤ ਹੁੰਦਾ। ਇੱਕੇ ਵਾਰੀ ਤੁਹਾਡਾ ਦਿਮਾਗ ਪਰਿਵਾਰ ਵੱਲ ਗਿਆ ਨਾ, ਕੋਈ ਪਰਿਵਾਰ ਅੰਦਰ ਹੈਗਾ ਜੀ ਸੀ? ਮੈਂ ਮੰਦਿਰ ਜਾ ਰਿਹਾ ਜੀ, ਸੀ, ਜੀ। ਮੈਂ ਰਸਤੇ 'ਚ ਵਾਪਸ ਆਇਆ ਜੀ ਤੇ ਉੱਤੋਂ ਉੱਪਰ ਵਾਲੀ ਮੰਜ਼ਿਲ 'ਚ ਧੂੰਆਂ ਨਿਕਲ ਰਿਹਾ ਸੀਗਾ ਤੇ ਮੈਂ ਫਟਾਫਟ ਉੱਪਰ ਆਇਆ, ਦੇਖਿਆ ਤੇ ਮੇਰੇ ਫਾਦਰ ਸਾਹਿਬ ਬਲ ਬਚ ਗਏ ਜੀ ਜੀ। ਕਿਉਂਕਿ ਉਹ ਪੱਖੇ 'ਚੋਂ ਅੱਗ ਐਵੇਂ ਨਿਕਲੀ ਅੱਛਾ ਜੀ। ਜਿਵੇਂ ਉੱਪਰੋਂ ਆਪਾਂ ਅਨਾਰ ਚਲਾ ਦਈਏ ਨਾ, ਸ਼ਾਵਰ ਚਲਾ ਦਈਏ, ਸ਼ਾਵਰ ਵਾਂਗੂ ਅੱਗ ਗਿਰੀ। ਬਟ ਬਚਾਅ ਹੋ ਗਿਆ ਉਹਨਾਂ ਦਾ। ਬਟ ਸਾਡੇ ਟੀਵੀ ਫ੍ਰਿਜ ਅੰਦਰ ਸਮੈਲ ਵੀ ਆਈ ਸੀ ਜਦੋਂ ਅੰਦਰ? ਬਹੁਤ ਜ਼ਿਆਦਾ ਧੂੰਆਂ ਹੋ ਗਿਆ ਸੀਗਾ ਜੀ। ਅੰਦਰ ਬਿਨਾਂ ਲਾਈਟ ਛੱਡਿਆ ਵੀ ਧੂਆਂ ਮੈਂ ਤੁਹਾਨੂੰ ਦਿਖਾਣਾ, ਤੁਸੀਂ ਦੇਖੋ ਉਹ ਸਾਰਾ ਸਟੈਪਲਾਈਜ਼ਰ ਵਗੈਰਾ ਜਲੇ ਹੋਏ ਆ ਜੀ। ਜੀ ਜੀ। ਅਸੀਂ ਇਹ ਉੱਪਰ ਦਾ ਮੰਜ਼ਰ ਦੇਖਿਆ, ਤੁਹਾਨੂੰ ਥੱਲੇ ਦਿਖਾਣਿਆ ਜਿੱਥੇ ਬਾਈ ਜੀ ਹੋਰਾਂ ਦਾ ਵੱਡਾ ਨੁਕਸਾਨ ਹੋਇਆ, ਜਿੱਥੇ ਬਿਜਲੀ ਦੇ ਜਿਹੜੇ ਇਕਵਿਪਮੈਂਟ ਹੁੰਦੇ ਜਿਹੜੇ ਅਸੀਂ ਅਕਸਰ ਘਰੇ ਵਰਤਦੇ ਆ ਉਹ ਸਾਰੇ ਵੱਡੇ ਪੱਧਰ ਤੇ ਜਿਹੜੇ ਸੜ ਚੁੱਕੇ ਨੇ। ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜੀ ਵਾਇਰਿੰਗ ਵਗੈਰਾ ਹੈਗੀ ਉਹ ਵੀ ਦੁਬਾਰ ਤੋਂ ਕਰਵਾਈ ਜਾ ਰਹੀ ਹੈ। ਸੋ ਸਾਡੇ ਨਾਲ ਰਾਣਾ ਜੀ ਦੇ ਮਾਤਾ ਪਿਤਾ ਹੈਗੇ ਨੇ, ਉਹਨਾਂ ਤੋਂ ਵੀ ਜਾਣਦੇ ਆ। ਉਹ ਇਸ ਸਮੇਂ ਇਸ ਕਮਰੇ 'ਚ ਮੌਜੂਦ ਹੈਗੇ ਸੀ। ਬਾਪੂ ਜੀ, ਸਭ ਤੋਂ ਪਹਿਲਾਂ ਠੀਕ ਠਾਕ ਹੋ ਤੁਸੀਂ? ਹਾਂਜੀ ਠੀਕ ਹੈ ਜੀ। ਤੇ ਜਦੋਂ ਬਿਜਲੀ ਡਿੱਗੀ ਤੁਸੀਂ ਉਦੋਂ ਕੀ ਇੱਥੇ ਜਿਹੜਾ ਭਾਣਾ ਵਰਤਿਆ ਉਸ ਸਮੇਂ? ਮੈਂ ਨਹਾ ਕੇ ਆ ਰਿਹਾ ਸੀ ਜੀ। ਅੱਛਾ ਆਪਣੇ ਪੈਰਾਂ ਨੂੰ ਇਹਨਾਂ ਨੂੰ ਦਵਾਈ ਲਗਾ ਰਿਹਾ ਸੀ। ਅੱਛਾ। ਤੇ ਮੈਂ ਦੇਖ ਰਿਹਾ ਸੀ ਟਾਈਮ ਕਿ ਪਹਿਲੇ ਜਰਾ जल्दी उठते थे, कल थोड़े लेट हो गए। अच्छा। मैडम नहा रही थी, मैं 7:30 बजे चाय पी लेना। अच्छा जी। तो मैं सोच रहा था अच्छा। कि आज चाय थोड़ी लेट मिलेगी। अच्छा जी। तो इतने में एकदम बहुत ऊपर से जहाज आया जी। और बहुत जोर का, इतना जोर का धमाका हुआ अच्छा जी। कि मेरे कान बंद हो गए अच्छा। 2-3 सेकंड के लिए। तो अच्छा। फिर मैंने सोचा यार जहाज गया, कोई मिसफायरिंग हुई होगी। अभी होया की है? फिर जब वो हुआ तो एकदम जहाँ से ना जैसे नार फटता है, अच्छा। नार तो ऊपर को जाता है अच्छा। और नीचे को जैसे नार फटता है ऐसे धमाका, और नार की तरह नीचे लाइट आई, मेरे ऊपर नहीं गिरी अच्छा। लेकिन मैं बच गया। लेकिन पूरा है जोर से धमाका हुआ और जो फट के ना तो उसका ਅੱਛਾ, ਇਸ ਪੱਖੇ ਦੇ ਵਿੱਚੋਂ ਜਿਵੇਂ ਅਨਾਰ ਦਾ ਪਟਾਕਾ ਨਿਕਲਦਾ ਉਵੇਂ ਇੱਕਦਮ ਅਨਾਰ ਥੱਲੇ ਨਿਕਲਿਆ, नार से तरह थले ਜਿਵੇਂ ਸ਼ਾਵਰ ਹੁੰਦਾ ਹੈ। शावर, हाँ ऐसे निकला और नीचे गिरा। ਤੁਸੀਂ ਬੈਠੇ ਕਿੱਥੇ ਸੀ ਉਸ ਸਮੇਂ? वो कुर्सी थे ਤੇ ਉਹ ਜਮਾ ਥੱਲੇ ਡਿੱਗ ਗਿਆ? और जो थले ऐसे गिरा, लेकिन मैं बच गया, मेरे पर नहीं गिरा। ਜੀ, ਜਿਵੇਂ ਉਹ ਤੁਹਾਡੇ ਉੱਪਰ ਡਿੱਗ ਜਾਂਦਾ ਲੱਤਾਂ ਪੈਰਾਂ ਤੇ ਨੁਕਸਾਨ ਹੋ ਸਕਦਾ फिर ਸੀ। जल सकता था, कुछ भी हो सकता था। ਮਤਲਬ ਜਿੱਥੋਂ ਦੀ ਕੋਈ ਬਿਜਲੀ ਲੰਘਦੀ ਗਈ ਉਹਨੇ ਆਪਦਾ ਜਗ੍ਹਾ ਬਣਾਈ ਗਈ ਜਿੱਥੇ ਤੁਹਾਨੂੰ ਜਗ੍ਹਾ वहाँ ਮਿਲਦੀ बिजली ਗਈ। तो बाहर गिरी, लेकिन मैंने ये जो फटा ना जब जी जी। ये अपना ये पंखा, जी, इसको मैंने देखा तो इतने में मेरा पड़ोसी है, लड़का है जी। इनके जैसा ही है। जी। वो अंकल जी करते आया। जी। मैं कहा मेरे से चला भी नहीं जाता। तो मैं कहा क्या हो गया यार, मैं तो नॉर्मल था, मतलब मैं कहा ये हो रहा शॉर्ट सर्कल हुआ, जा गया, कोई बात नहीं। तो अंकल जी आप ठीक हैं, फलाना टींगा ऐसे। मैं कहा यार क्या हो गया? वो तो आपके सज्जे के ऊपर ना बिजली गिर गई। मैं कहा बिजली गिर गई, चलो गिर गई। मैंने इतना सीरियस नहीं लिया। वो कहता फिर मैं बाहर देखा तो सज्जा फटा हुआ ਤੁਸੀਂ था। ਪਹਿਲਾਂ ਜ਼ਿੰਦਗੀ 'ਚ ਇੰਨੀ ਉਮਰ ਹੋਈ ਕਦੇ ਦੇਖੀ ਡਿੱਗਦੀ ਬਿਜਲੀ? नहीं बिजली गिरी नहीं, सुना था, गिरी नहीं देखी। ਸੁਣਿਆ ਸੀ। हाँ। ਆਂਟੀ ਤੁਸੀਂ ਵੀ ਉਸ ਆਵਾਜ਼ ਨੂੰ ਸੁਣਿਆ, ਖਤਰਨਾਕ ਆਵਾਜ਼ ਨੂੰ? खतरनाक आवाज़ ही, देखो मैं बाथरूम उस टाइम नहा रही थी, ਅੱਛਾ जी। तो जैसे मैंने सुना जी। तो मेरे दिमाग में ये आया कि हम टीवी में देखते हैं, अखबार में पढ़ते हैं कि बादल फट गया। हाँ, हाँ। तो मैंने जल्दी जल्दी कपड़े डाले भी देखूं क्या हुआ, धमाका इतनी जोर का। ये जो मेरा दिमाग है ना, सुन्न उसकी हो गया। नसें सुन ना, मैं कहनी मेरा नसा
ऊपर थले हो गई हैं। मेरे को ये ना पता चले, मैं बाथरूम से जल्दी भाग के आई, इधर बैठ गई। 10 मिनट बैठी ऐसे सिर को पकड़ के, तो सिर को पकड़ के बैठी, ये लड़की नज़र ना आए। मैंने सोचा इनको रितु कहाँ गई, रितु कहाँ गई, तो बोलते मैंने तो रितु को देखा नहीं। सहम ਜਾਂਦਾ ਬੰਦਾ, हाँ जी, ਬੋਲਿਆ ਨਹੀਂ ਜਾਂਦਾ। हाँ जी, रितु को मैंने देखा नहीं। फिर मैं गई इधर, भागी भागी देखा तो ये पूजा कर रही थी। मैं कहा जिंदी जागदी अच्छा, है जिंदी जागदी। फिर मैं इधर आकर बैठ गई। सारा दिन मेरे दिमाग में इतना जोर का, कभी मैंने अपनी ज़िंदगी में ऐसा कभी दिमाग का नहीं सोचा। मतलब सोचदा ही नहीं है। हाँ, अभी भी मैं उस दिमाग को याद करती हूँ ना, तो मेरा दिमाग घूम जाता है। मैंने कभी ऐसे देखा नहीं कभी। ਮਾਲਕ ਨੇ ਰੱਖ ਲਿਆ ਪਰਿਵਾਰ ਸਾਰਾ, ਜਿਸ ਹਿਸਾਬ ਨਾਲ ਪੁੰਨਦਾਨ ਕੀਤੇ ਬੰਦੇ ਨੇ, ਉਹੀ ਬੰਦੇ ਨੂੰ ਕਹਿੰਦੇ देखो ਨੇ। जी, ये तो उस मालिक ऐसा है ना जी, वो अपनी 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 होती है। मेरी तो ये सोच है, अगर अच्छा होता तो भी भगवान का शुक्र करता हूँ। मैंने कल भगवान का बहुत शुक्र करा कि बचाव हो गया। लेकिन ये एक हादसा नहीं, एक सारी परलय थी, एक जित कहर था, वो भगवान ने टाल दिया। बिल्कुल माता जी भी देखो जी, ये बहुत ही खतरनाक और बहुत ही डरावना, बहुत ही दुखदाई था। सो भगवान ने सुनी, बच्चियां ते मेहर की। चलो जेड़ा नुकसान तो काफ़ी हो गया, पर लेकिन हुण नुकसान तो चलो हौली 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 कर लवांगे पूरा। लेकिन बच्चियां ते कृपा की भगवान ने, तो ये बड़ा शुक्र मनाने इस भगवान का। ਬਿਲਕੁਲ ਬਹੁਤ ਬਜ਼ੁਰਗ ਹੈਗੇ ਨੇ, ਕਹਿੰਦੇ ਜ਼ਿੰਦਗੀ 'ਚ ਨਹੀਂ ਅਜਿਹਾ ਦੇਖਿਆ। ਰਾਣਾ ਜੀ ਤੋਂ ਅਸੀਂ ਦਿਖਾਣੇ ਆ, ਦੇਖੋ ਆ ਸਾਰੀ ਆ ਜਿਹੜੀਆਂ ਤਾਰਾਂ ਵਾਇਰਿੰਗ ਹੈਗੀਆਂ ਨੇ, ਸਾਰੀਆਂ ਘਰ ਦੀਆਂ ਤਹਿਸ ਨਹਿਸ ਕਰਤੀਆਂ। ਉਸ ਜਿਹੜਾ ਮੰਜ਼ਰ ਜਿਹੜਾ ਉਸ ਸਮੇਂ ਬਣਿਆ ਸੀ, ਆ ਸਾਰੀਆਂ ਜਿਹੜੀਆਂ ਤਾਰਾਂ ਤੁਸੀਂ ਦੇਖ ਰਹੇ ਹੋ, ਕੈਮਰਾ ਤੇ ਅਭਿਸ਼ੇਕ ਜੀ ਤੁਹਾਨੂੰ ਦਿਖਾ ਰਹੇ ਨੇ, ਤਾਂ ਉਹ ਜਿਹੜੀਆਂ ਤਾਰਾਂ ਨੂੰ ਬਿਲਕੁਲ ਖਤਮ ਕਰਤਾ। ਬਾਈ ਜੀ ਇੱਥੇ ਵੀ ਨਾ ਇਹ ਸਾਰੀ ਸਪਾਰਕਿੰਗ ਹੋਈ ਹੈ, ਛੱਤ ਕਾਲੀ ਹੋਈ ਹੈ। ਅੱਛਾ। ਇੱਥੇ ਅੱਗ ਲੱਗੀ ਸੀਗੀ ਅੱਛਾ ਜੀ। ਤੇ ਆ ਸਾਰਾ ਕਾਲਾ ਹੋ ਗਿਆ, ਸਟੈਪਲਾਈਜ਼ਰ ਵਗੈਰਾ, ਏਸੀ ਵਗੈਰਾ ਸਾਰਾ ਕੁਝ ਡੈਡ ਹੈ। ਤੇ ਆ ਪੱਖੇ ਪੁੱਖੇ ਵੀ ਤੁਸੀਂ ਹੁਣੇ ਲਾਏ? ਪੱਖੇ ਤਾਰੇ ਆ ਜੀ, ਆ ਦੇਖੋ ਜੀ ਜੀ। ਪੱਖਿਆਂ ਦਾ ਅਗਰ ਤੁਸੀਂ ਦੇਖੋ, ਆ ਕੱਪ ਤੱਕ ਫਟ ਗਏ ਨੇ ਜੀ। ਉਹ ਕੱਪ ਟੁੱਟ ਕੇ ਉਹ ਪਰੇ ਡਿੱਗਿਆ ਸੀਗਾ ਜੀ। ਆ ਸਾਰੇ ਸਵਿਚ ਸੱਚ ਸਾਰੇ ਜਲ ਗਏ। ਇਹ ਕੱਪ ਕੁੱਪ ਸਾਰੇ ਫਟ ਗਏ। ਇਹ ਫਟ ਕੇ ਜੀ ਦੂਰ ਦੂਰ ਡਿੱਗੇ, ਜਿਸ ਤਰ੍ਹਾਂ ਕਿ ਬਲਾਸਟ ਹੋ ਗਏ। ਇੱਕ ਵਾਰੀ ਚੀਜ਼ਾਂ ਉੱਡਦੀਆਂ ਨਾ ਜੀ, ਤੇ ਮਤਲਬ ਬਹੁਤ ਜ਼ਿਆਦਾ ਇੰਪੈਕਟ ਸੀਗਾ ਇੱਥੇ। ਉਹ ਵੀ ਦੇਖੋ ਛੱਤ ਕਾਲੀ ਹੋਈ ਹੋਈ ਹੈ, ਉੱਥੇ ਦਾ ਪੱਖਾ ਵੀ ਸਾਰਾ ਸੜ ਗਿਆ। ਤੇ ਰਾਣਾ ਜ਼ਿੰਦਗੀ ਦਾ ਮਿਲਦਾ ਪਹਿਲੀ ਬੰਦਾ ਸੋਚਦਾ ਵੀ ਇਹ ਚੀਜ਼ ਨਾ ਹੀ ਕਿਸੇ ਦੇ ਹੋਵੇ, ਕਿਉਂਕਿ ਜੋ ਚੀਜ਼ ਤੁਸੀਂ ਦੇਖ ਲਈ ਸ਼ਾਇਦ ਹੀ ਕਿਸੇ ਦੇ। ਛੱਤਾਂ ਵਗੈਰਾ ਕਾਲੀਆਂ ਹੋ ਗਈਆਂ ਜੀ ਜੀ। ਹੁਣ ਆ ਦੇਖੋ, ਆ ਏਸੀ ਦੇ ਪਾਣੀ ਬਾਹਰ ਨਿਕਲਦੀ ਪਾਈਪ ਹੈਗੀ ਹੈ, ਇਹ ਵੀ ਜਲ ਗਈ ਇੱਥੇ, ਇਹ ਵੀ ਜਲੀ ਹੋਈ ਹੈ। ਅਗਰ ਤੁਸੀਂ ਦੇਖੋ ਮੁੱਢ ਮੁੱਢ ਤੋਂ ਹੀ ਇਹ ਵੀ ਕਾਲੀ ਹੋ ਗਈ। ਇਹ ਵੀ ਕਾਲੀ ਹੋ ਕੇ ਜਲ ਕੇ ਪਿਘਲ ਕੇ ਬਾਹਰ ਨਿਕਲ ਗਈ ਹੈ। ਇੰਨਾ ਵੱਡਾ ਸੰਕਟ ਜਿਹੜਾ ਸੀ, ਸਾਰੇ ਮਤਲਬ ਬਿਜਲੀ ਨੇ ਜਿੱਥੋਂ ਨਿਕਲੀ, ਜਿਵੇਂ ਕਹਿੰਦੇ ਨਿਕਲਦੀ ਹੈ, ਖਤਮ ਕਰਦੀ ਗਈ। ਬਿਲਕੁਲ ਖਤਮ ਕਰਦੀ ਗਈ। ਤੇ ਰਾਣਾ ਜੀ ਘਰ ਦਾ ਕਿੰਨਾ ਕੁ ਜਿਹੜਾ ਸਾਜੋ ਸਮਾਨ ਹੈਗਾ, ਜਿਹੜਾ ਇਸ ਸਮੇਂ ਜਿਹੜਾ ਉਸ 1 ਮਿੰਟ ਦਾ ਹੀ, 1 ਮਿੰਟ ਦਾ ਹੀ ਕਹਿ ਸਕਦੇ ਹਾਂ, ਝਟਕਾ 1 ਮਿੰਟ ਦਾ ਹੀ, ਇੱਕ ਫ੍ਰਿਕਸ਼ਨ ਆਫ ਸੈਕਿੰਡ 'ਚ ਸਾਡਾ 3.5-4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈਗਾ। ਪਰ ਚਲੋ ਨੁਕਸਾਨ ਤਾਂ ਭਰਿਆ ਜਾਊਗਾ, ਪਰ ਅਸੀਂ ਭਗਵਾਨ ਦੇ ਅੱਗੇ ਹੱਥ ਜੋੜ ਕੇ ਸ਼ੁਕਰ ਕਰਦੇ ਹਾਂ ਕਿ ਕਿਸੇ ਦਾ ਦਿੱਤਾ ਲਿਆ ਸਹਾਈ ਹੋਇਆ, ਵੀ ਜਾਨੀ ਮਾਲ ਜਾਂ ਕਿਸੇ ਨੂੰ ਸੱਟ ਤੱਕ ਨਹੀਂ ਲੱਗੀ। ਖਾਸ ਕਰ ਮੇਰੇ ਫਾਦਰ ਜੀ ਉੱਪਰ ਤੇ ਉਹ ਸ਼ਾਵਰ ਹੀ ਚੱਲ ਗਿਆ ਸੀ, ਪਰ ਉਹ ਬਚਾਅ ਹੋ ਗਿਆ ਜੀ। ਰਾਣਾ ਜੀ ਕੁਝ ਸਰਕਾਰ ਦੇ ਬੰਦੇ ਨੇ ਆ ਕੇ ਦੇਖਿਆ ਵੀ ਜਿਹੜੀ ਇਹ ਚੀਜ਼ ਹੈਗੀ, ਇਸ ਦੀ ਜਾਂਚ ਕੀਤੀ ਜਾਵੇ, ਇਹਨੂੰ ਕਿਵੇਂ ਰੋਕਿਆ ਕਿਵੇਂ ਜਾ ਸਕਦਾ, ਕੁਝ ਹੋਇਆ? ਕੁਦੋਂ ਬਾਅਦ ਆਇਆ ਕੋਈ? ਦੇਖੋ ਜੀ, ਜਿਹੜੀ ਮੌਜੂਦਾ ਸਰਕਾਰ ਹੈਗੀ ਉਹਨਾਂ 'ਚੋਂ ਕੋਈ ਨਹੀਂ ਆਇਆ ਹੈਗਾ, ਕੋਈ ਐਮਐਲਏ, ਕੋਈ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ। ਲੇਕਿਨ ਜਿਹੜੇ ਸਾਡੇ ਪਾਰਸ਼ਦ ਹੈਗੇ ਸ਼ਿਵਾਨੀ ਗੋਇਲ ਜੀ, ਉਹ ਇਮੀਡੀਏਟ ਆ ਗਏ ਸੀਗੇ ਜਿੱਦੀ ਉਹਨਾਂ ਨੂੰ ਪਤਾ ਲੱਗਿਆ। ਉਸ ਤੋਂ ਬਾਅਦ ਐਮਸੀ ਦੇ ਜਿਹੜੇ ਉਹ ਹੈਗੇ ਆ ਪ੍ਰਧਾਨ ਹੈਗੇ ਆ ਸਰਦਾਰ ਉਦੇਵੀਰ ਜੀ, ਉਹ ਵੀ ਆ ਕੇ ਗਏ ਸੀਗੇ, ਉਹ ਸਾਰਾ ਜਾਇਜ਼ਾ ਲੈ ਕੇ ਗਏ ਹੈ। ਉਹਨਾਂ ਤੋਂ ਇਲਾਵਾ ਹੋਰ ਕੋਈ ਇੱਥੇ ਨਹੀਂ ਆਇਆ ਹੈਗਾ, ਨਾ ਕਿਸੇ ਨੇ ਬਾਤ ਪੁੱਛੀ ਹੈ, ਨਾ ਕੁਛ, ਨਥਿੰਗ। ਕੋਈ ਪ੍ਰਸ਼ਾਸਨ ਤੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਹੈਗੀ ਜੀ? ਦੇਖੋ ਜੀ, ਪ੍ਰਸ਼ਾਸਨ ਤੋਂ ਸਾਨੂੰ ਪਹਿਲੇ ਤਾਂ ਮੈਂ ਦੁਬਾਰਾ ਮੈਂ ਬਾਰ-ਬਾਰ ਰੱਬ ਦਾ ਸ਼ੁਕਰ ਕਰ ਰਿਹਾ ਕਿ ਜੀ ਜਾਨ ਬਚ ਗਈ। ਤੇ ਜੇ ਪ੍ਰਸ਼ਾਸਨ ਨੂੰ ਹੁਣ ਕਿਸੇ ਨੇ ਜਾਣ ਕੇ ਤਾਂ ਕੀਤਾ ਨਹੀਂ ਹੈਗਾ, ਇਹ ਇੱਕ ਆਪਦਾ ਸੀਗੀ, ਨੈਚੁਰਲ ਕਲਾਈਮੇਟ ਸੀਗੀ। ਤੇ ਮੈਂ ਸਰਕਾਰ ਅੱਗੇ ਅਪੀਲ ਕਰਦਾ ਕਿ ਅਗਰ ਇੱਦਾਂ ਦਾ ਕੁਝ ਹੈਗਾ ਤੇ ਉਹ ਜ਼ਰੂਰ ਸਾਡੀ ਹੈਲਪ ਕਰੇ, ਕਿਉਂਕਿ ਮੈਂ ਵੀ ਗਲੋਬਲ ਕੈਂਸਰ ਕੰਸਰਨ ਇੰਡੀਆ 'ਚ ਜੌਬ ਕਰਦਾ। ਅਸੀਂ ਕੈਂਸਰ ਪੇਸ਼ੈਂਟਸ ਵਾਸਤੇ ਫ੍ਰੀ ਆਫ ਕਾਸਟ ਕੰਮ ਕਰਦੇ ਹਾਂ। NGO ਹੈਗਾ ਸਾਡਾ ਜਿੱਥੇ, ਉੱਥੇ ਮੈਂ ਹੈੱਡ ਹੈਗਾ। ਬਟ ਅਸੀਂ ਲੋਕਾਂ ਦੀ ਹੈਲਪ ਕਰਦੇ ਹਾਂ। ਤਾਂ ਮੈਂ ਇਹੀ ਉਮੀਦ ਕਰਦਾ ਪ੍ਰਸ਼ਾਸਨ ਤੋਂ ਕਿ ਅਗਰ ਜਿੰਨਾ ਮੈਕਸਿਮਮ ਕੰਪਨਸੇਟ ਕਰ ਸਕਦੀ ਹੈ ਕਰ ਦੇਵੇ ਜੀ। ਵੀ ਪਤਾ ਚੱਲੇ ਵੀ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਆਉਣ ਸਮੇਂ 'ਚ, ਕਿਉਂਕਿ ਮਾਲਕ ਦੇ ਪਰਿਵਾਰ ਹੈਗਾ, ਸਾਰੀ ਜ਼ਿੰਦਗੀਆਂ, ਹੋਰ ਵੀ ਜ਼ਿੰਦਗੀਆਂ ਵੀ ਹੈਗੀਆਂ ਨੇ ਮਹੱਲੇ 'ਚ। ਬਿਲਕੁਲ ਜੀ, ਇਹਨਾਂ ਨੂੰ ਚਾਹੀਦਾ ਹੈਗਾ ਕਿ ਕੁਝ
ਜਿਹੜੀ ਥੰਡਰ ਸਟੋਰਮਿੰਗ ਹੁੰਦੀ ਹੈ, ਲਾਈਟਨਿੰਗ ਹੁੰਦੀ ਹੈ, ਇਹਨੂੰ ਕੰਟਰੋਲ ਕਰਨ ਵਾਸਤੇ ਕੋਈ ਲਗਾਉਣੇ ਚਾਹੀਦੇ ਆ, ਅਡਾਪਟਰ ਲਗਾਉਣੇ ਚਾਹੀਦੇ ਆ, ਸੋ ਦੈਟ ਕਿ ਅਡਾਪਟ ਕਰਕੇ ਬਿਜਲੀ ਨੂੰ ਅਰਥ ਕੀਤਾ ਜਾਵੇ ਕਿਸ ਤਰ੍ਹਾਂ। ਬਾਕੀ ਮੇਰੇ ਬਿਜਲੀ ਵਾਲੇ ਕੰਮ ਕਰ ਰਹੇ ਆ, ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਵੀ ਕੀ ਕੀ ਨੁਕਸਾਨ ਹੋਇਆ। ਕਿੰਨਾ ਕੁ ਨੁਕਸਾਨ ਹੋ ਗਿਆ, ਕੀ ਜਲ ਗਿਆ ਇਹਨਾਂ ਦਾ? एसी जल गए, टीवी एलसीडी वगैरह जल गई, फ्रिज नीचे फ्रिज खराब हो गया, जी। पंखे ऊपर के सारे खराब हो गए, ਅੱਛਾ, एक दो पंखे नीचे के खराब हुए। ਮਤਲਬ ਜਿਹੜੀਆਂ ਮਤਲਬ ਆਫ ਬਸ ਸਵਿਚ ਹੈਗੇ ਸੀ ਫਿਰ ਵੀ ਸਾਰਾ ਕੁਝ ਖਰਾਬ ਹੋ ਗਿਆ। हाँ जी, सब कुछ खराब हो ਅੱਛਾ, ਬੰਦ ਚੀਜ਼ਾਂ ਤੇ ਵੀ ਇਹਨਾਂ गया, ਅਟੈਕ, चीज़ें भी बंद हो। ਮਤਲਬ ਉਹਨਾਂ ਚ ਆਟੋਮੈਟਿਕ ਬਿਜਲੀ ਆ ਗਈ। हाँ जी, सब कुछ। ਤੁਹਾਨੂੰ ਤਾਂ ਤੁਸੀਂ ਬਿਜਲੀ ਨਾਲ ਜੁੜੇ ਹੋਏ, ਤਾਰ ਜਿਹੜੀ ਬਿਜਲੀ ਦੇ ਵਿੱਚ ਮਤਲਬ ਬਿਜਲੀ ਡਿੱਗੀ ਤੇ ਤਾਰਾਂ 'ਚ ਲਾਈਟ ਇੱਕਦਮ ਆ ਗਈ। एकदम जी तार दे टुकड़े टुकड़े निकल रहे हैं जी, ਮਤਲਬ ਇੱਕਦਮ ਵਿੱਚ ਫਿਟਿੰਗ ਦੇ ਵਿੱਚ ही ਤਾਰਾਂ ਸੜ ਗਈਆਂ। फिटिंग के पीछे ਮਤਲਬ ਅੱਗ ਤੱਕ ਲੱਗ ਗਈ ਉਹਨੇ ਵਿੱਚ ਤਾਂ एक किस्म की आग ही लग चुकी है, वायरिंग सारी चेंज हो रही है। ਸਾਰੀ ਚੇਂਜ ਹੋਏਗੀ ਸਾਰੇ ਘਰ ਦੀ। हाँ जी। ਸੋ ਇਹ ਉਹ ਮੰਜ਼ਰ ਹੈਗਾ ਜਿਹੜਾ ਕੁਦਰਤੀ ਆਫਤ ਅਸੀਂ ਕਹਿੰਦੇ ਆ, ਪਰਮਾਤਮਾ ਬਚਾ ਕੇ ਰੱਖੇ, ਸਾਰਾ ਪਰਿਵਾਰ ਦੀ ਚਾਹੇ ਬਚਤ ਹੋ ਗਈ ਪਰ ਵੱਡਾ ਨੁਕਸਾਨ ਹੋਇਆ। ਪਰ ਸਰਕਾਰ ਨੂੰ ਬੇਨਤੀ ਇਹ ਹੈਗੀ ਕਿ ਇਹਨਾਂ ਜਿਹੜੇ ਹੁੰਦੇ ਨੇ, ਜਿਹੜੀਆਂ ਅਨਹੋਣੀਆਂ ਹੁੰਦੀਆਂ ਨੇ, ਇਹਨਾਂ ਤੇ ਕੰਟਰੋਲ ਕਰਨ ਵਾਸਤੇ ਕੋਈ ਪੁਆਇੰਟ ਜਾਂ ਕੋਈ ਅਜਿਹੀਆਂ ਚੀਜ਼ਾਂ ਜ਼ਰੂਰ ਲਗਾਈਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਘਰ ਦੇ ਜਾਂ ਕਿਸੇ ਪਰਿਵਾਰ ਤੇ ਕੋਈ ਅਜਿਹਾ ਸੰਕਟ ਨਾ ਆਵੇ। ਸੋ ਬਾਈ ਜੀ ਹੋਰਾਂ ਦੇ ਏਸੀ ਦਿਖਾਣੇ ਆ, ਸਾਰਾ ਕੁਝ ਦਿਖ ਰਿਹਾ ਪਰ ਏਸੀ ਤਾਂ ਹੁਣ ਖੋਲਿਆ, ਕਹਿੰਦੇ ਨੇ ਇਹ ਵੀ ਬਾਈ ਸਭ ਕੁਝ। ਹਾਂ, ਇਹ ਵੀ ਸੜ ਗਿਆ ਹੋਇਆ ਜੀ, ਇਹਦਾ ਮਦਰਬੋਰਡ ਕੱਢ ਕੇ ਲੈ ਗਏ ਹੋਏ ਆ। ਉਹ ਕਹਿੰਦੇ ਵੀ ਮਦਰਬੋਰਡ ਆਪਾਂ ਦੇਖ ਲੈਂਦੇ ਲਗਾ ਕੇ, ਅਗਰ ਇਹ ਚੱਲਦਾ ਹੈਗਾ ਤੇ ਠੀਕ ਹੈ, ਅਦਰਵਾਈਜ਼ ਹੋ ਸਕਦਾ ਇੰਡੋਰ ਯੂਨਿਟ ਜਾਂ ਬਾਹਰ ਦਾ ਆਊਟਡੋਰ ਯੂਨਿਟ ਵੀ ਚੇਂਜ ਕਰਨਾ ਪਵੇ। ਇੱਥੇ ਅੰਦਰ ਜਦੋਂ ਲਾਈਟ ਚੱਲੇਗੀ, ਹਜੇ ਤੇ ਜਿਹੜੀ ਲਾਈਟ ਚੱਲ ਰਹੀ ਹੈ ਇਹ ਐਮਰਜੈਂਸੀ ਇਨਵਰਟਰ ਤੇ ਲਾਈਟ ਚਲਾਈ ਹੋਈ ਹੈ ਤੇ ਸਿਰਫ 1-2 ਪੁਆਇੰਟ ਹੀ ਚੱਲ ਰਹੇ ਹੈ। ਬਾਕੀ ਹੁਣ ਇਹਦਾ ਪਤਾ ਚੱਲੇਗਾ ਜਦੋਂ ਪੂਰੀ ਲਾਈਟ ਇਹ ਔਨ ਕਰਨਗੇ, ਵਾਇਰਿੰਗ ਵਗੈਰਾ ਹੋ ਗਏ ਪ੍ਰੋਪਰ, ਫਿਰ ਇਹ ਇਲੈਕਟ੍ਰਿਸਿਟੀ ਔਨ ਕਰਨਗੇ ਜੀ। ਇੱਥੇ ਅੰਦਰ ਤਾਂ ਨਹੀਂ ਕੋਈ ਬਿਜਲੀ ਵਰਗੀ ਕੋਈ ਚੀਜ਼ ਅੰਦਰ ਤਾਂ ਨਹੀਂ ਮਤਲਬ ਆਈ ਸੀ? ਅੰਦਰ ਕੁਝ ਨਹੀਂ ਆਇਆ। ਅੱਛਾ, ਉਦਾਂ ਨਹੀਂ ਕੁਝ ਅੰਦਰ ਕੁਝ ਨਹੀਂ ਆਇਆ, ਬਟ ਇਹ ਟੀਵੀ ਟੂਵੀ ਸਾਡੇ ਸਾਰੇ ਜਿਹੜੇ ਹੈਗੇ ਆ ਚੱਲ ਇਹ ਸਭ ਜਲ ਗਏ ਨੇ ਜੀ। ਹਾਂਜੀ, ਮਤਲਬ ਅੰਦਰ ਸਿਰਫ ਆਵਾਜ਼ ਹੀ ਆਈ ਜਿਵੇਂ ਅੰਦਰ ਆਵਾਜ਼ ਤੇ ਬਹੁਤ ਜ਼ਿਆਦਾ ਔਰ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਸੀਗੀ ਜੀ ਅੰਦਰ ਤੇ। ਅੱਛਾ, ਕੰਪਨ ਵੀ ਆਇਆ ਮਤਲਬ ਵਾਈਬ੍ਰੇਸ਼ਨ? ਹਾਂ, ਮਤਲਬ ਇੰਪੈਕਟ ਹੀ ਬਹੁਤ ਜ਼ਿਆਦਾ ਸੀਗਾ ਨਾ, ਤਾਂ ਬਹੁਤ ਜ਼ਿਆਦਾ ਔਰ ਇੰਨੀ ਜ਼ੋਰ ਦੀ ਆਵਾਜ਼ ਸੀਗੀ। ਮੇਰਾ ਖਿਆਲ ਪੂਰੇ ਬਲਟਾਣੇ ਜ਼ੀਰਕਪੁਰ ਤੱਕ ਲੋਕਾਂ ਨੂੰ ਆਵਾਜ਼ ਸੁਣੀ ਹੈ ਜੀ। ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ, ਪੰਚਕੂਲਾ।